Hello students, today we are going to start alcohol, phenol and ether. So what are alcohols? ਜਦੋਂ ਅਸੀਂ ਹਾਈਡਰੋਕਾਰਬਨ ਦੇ ਵਿੱਚੋਂ ਇੱਕ H ਸਬਸਟੀਟਿਊਟ ਕਰਕੇ ਉਹਦੀ ਜਗ੍ਹਾ ਤੇ OH ਲਗਾ ਦਈਏ ਤੇ ਜਿਹੜਾ ਨਵਾਂ ਫੰਕਸ਼ਨ ਗਰੁੱਪ ਫਾਰਮ ਹੁੰਦਾ ਹੈ ਉਹਨੂੰ ਅਸੀਂ ਬੋਲਦੇ ਹਾਂ alcohol. So when one or more hydrogen atom of a hydrocarbon are substituted by another atom or a group of atoms, a new organic compounds are formed and that function group is called alcohol. ਜਿੱਦਾਂ ਦੇਖੋ ਇੱਥੇ ਇਹ ਹਾਈਡਰੋਕਾਰਬਨ ਹੈ ਮੀਥੇਨ, ਇਹਦਾ ਇੱਕ H ਨਿਕਾਲ ਕੇ ਇਹਦੀ ਜਗ੍ਹਾ ਤੇ ਅਸੀਂ OH ਲਗਾ ਦਿੱਤਾ ਤੇ ਸਾਡਾ ਨਵਾਂ ਫੰਕਸ਼ਨ ਗਰੁੱਪ ਫਾਰਮ ਹੋ ਗਿਆ, ਉਹਨੂੰ ਅਸੀਂ ਕੀ ਬੋਲਿਆ? ਐਲਕੋਹਲ. ਸਿਮਿਲਰਲੀ ਇਹ ਮਿਥਾਇਲ ਬੈਂਜ਼ੀਨ ਹੈ ਜਿਹਨੂੰ ਅਸੀਂ ਟੋਲੂਇਨ ਵੀ ਬੋਲ ਦਿੰਦੇ ਹਾਂ, ਇਹਦਾ ਇੱਕ ਹਾਈਡਰੋਜਨ ਨਿਕਾਲ ਕੇ ਇਹਦੀ ਜਗ੍ਹਾ OH ਲਗਾਇਆ ਔਰ ਇਹ ਸਾਡੇ ਕੀ ਬਣ ਗਏ? ਬੈਂਜ਼ਾਈਲ ਅਲਕੋਹਲ. ਸੋ the general formula of alcohol is ROH. R ਇੱਕ ਐਲਕਾइल ਗਰੁੱਪ ਹੈ ਔਰ OH ਇੱਕ ਫੰਕਸ਼ਨ ਗਰੁੱਪ ਹੈ, ਜਿੱਥੋਂ ਸਾਨੂੰ ਪਤਾ ਚੱਲਦਾ ਹੈ ਕਿ ਇਹ ਐਲਕੋਹਲ ਦਾ ਫੰਕਸ਼ਨ ਗਰੁੱਪ ਹੈ ROH. ਅਗਰ ਬੈਂਜ਼ੀਨ ਰਿੰਗ ਦੇ ਉੱਪਰ OH ਲੱਗਾ ਹੋਏ, if the carbon atom is aromatic is substituted by hydroxyl group, then phenol is formed. ਅਗਰ ਅਸੀਂ ਰਿੰਗ ਦਾ ਇੱਕ H ਨਿਕਾਲ ਕੇ ਉਹਦੀ ਜਗ੍ਹਾ ਤੇ OH ਲਗਾਉਂਦੇ ਆ ਤੇ ਉਹ ਵਾਲੇ ਕੰਪਾਊਂਡ ਨੂੰ ਬੋਲਾਂਗੇ phenol. Next is classification of alcohol. Classification of alcohol is carried out in three types. Alcohols ਤਿੰਨ ਤਰ੍ਹਾਂ ਦੇ ਹੁੰਦੇ ਨੇ, ਪ੍ਰਾਇਮਰੀ ਜਿਹਨੂੰ ਅਸੀਂ 1 ਡਿਗਰੀ ਵੀ ਕਹਿ ਦਿੰਦੇ ਹਾਂ, ਸੈਕੰਡਰੀ ਐਂਡ ਟਰਸ਼ਰੀ. ਪ੍ਰਾਇਮਰੀ, ਸੈਕੰਡਰੀ ਔਰ ਟਰਸ਼ਰੀ ਐਲਕੋਹਲ ਦੀ ਪਹਿਚਾਣ ਕਿਵੇਂ ਕਰਨੀ ਹੈ, ਕਿਵੇਂ ਆਇਡੈਂਟੀਫਾਈ ਕਰਾਂਗੇ ਕਿ ਕਿਹੜਾ ਐਲਕੋਹਲ ਪ੍ਰਾਇਮਰੀ ਹੈ, ਸੈਕੰਡਰੀ ਹੈ, ਟਰਸ਼ਰੀ ਹੈ? ਆਓ ਦੇਖੀਏ. ਤੁਸੀਂ OH ਦੇਖਣਾ, ਅਗਰ OH ਤੁਹਾਡਾ ਫੰਕਸ਼ਨ ਗਰੁੱਪ ਹੈ, OH ਦੇ ਨਾਲ ਵਾਲੀ ਕਾਰਬਨ ਦੇ ਨਾਲ ਅਗਰ 2 H ਲੱਗੇ ਨੇ ਤੇ ਉਹ ਵਾਲੀ ਐਲਕੋਹਲ ਹੋਏਗੀ ਪ੍ਰਾਇਮਰੀ. ਇੱਧਰ ਵੀ ਦੇਖੋ, ਜਿੱਦਾਂ OH ਦੇ ਨਾਲ ਵਾਲੀ ਕਾਰਬਨ ਦੇ ਨਾਲ 2 H ਲੱਗੇ ਨੇ ਤੇ ਐਲਕੋਹਲ ਕੀ ਹੈ? ਪ੍ਰਾਇਮਰੀ. ਸੈਕੰਡਰੀ ਦੀ ਕੀ ਪਛਾਣ ਹੈ ਕਿ OH ਦੇ ਨਾਲ ਵਾਲੀ ਕਾਰਬਨ ਦੇ ਨਾਲ ਇੱਕ H ਲੱਗਾ ਹੈ ਤੇ ਸਾਡਾ ਸੈਕੰਡਰੀ ਐਲਕੋਹਲ ਹੋਏਗਾ. ਸਿਮਿਲਰਲੀ ਇੱਧਰ ਵੀ OH ਦੇ ਨਾਲ ਵਾਲੀ ਕਾਰਬਨ ਦੇ ਨਾਲ ਇੱਕ H ਲੱਗਾ ਹੈ, ਕਿਆ ਹੈ? ਸੈਕੰਡਰੀ. ਸਿਮਿਲਰਲੀ ਇਨ ਟਰਸ਼ਰੀ ਐਲਕੋਹਲ ਦੇਖੋ, OH ਦੇ ਨਾਲ ਵਾਲੀ ਕਾਰਬਨ ਦੇ ਨਾਲ ਅਗਰ ਕੋਈ ਵੀ H ਨਹੀਂ ਹੈ, 3 R ਗਰੁੱਪ ਨੇ, ਤਾਂ ਉਹਨੂੰ ਅਸੀਂ ਬੋਲਾਂਗੇ ਟਰਸ਼ਰੀ ਐਲਕੋਹਲ. ਦੇਖੋ ਜਿੱਦਾਂ ਇੱਧਰ R ਕੁਝ ਵੀ ਹੋ ਸਕਦਾ, ਤੁਹਾਡਾ ਮਿਥਾਇਲ, ਇਥਾਇਲ, ਪ੍ਰੋਪਾਇਲ. ਸੋ ਇਸ ਤਰ੍ਹਾਂ ਅਸੀਂ ਪ੍ਰਾਇਮਰੀ, ਸੈਕੰਡਰੀ ਐਂਡ ਟਰਸ਼ਰੀ ਨੂੰ ਆਇਡੈਂਟੀਫਾਈ ਕਰ ਸਕਦੇ ਹਾਂ. ਤੁਸੀਂ ਇੱਦਾਂ ਵੀ ਕਹਿ ਸਕਦੇ ਹੋ ਕਿ ਅਗਰ OH ਦੇ ਨਾਲ ਵਾਲੀ ਕਾਰਬਨ ਦੇ ਨਾਲ ਇੱਕ R ਲੱਗਾ ਹੈ ਤੇ ਉਹ ਪ੍ਰਾਇਮਰੀ ਹੈ, 2 R ਲੱਗੇ ਨੇ ਤੇ ਸੈਕੰਡਰੀ ਹੈ, 3 R ਲੱਗੇ ਨੇ ਤੇ ਉਹ ਟਰਸ਼ਰੀ ਹੈ. ਨੈਕਸਟ ਇਜ਼ ਸਟਰਕਚਰ ਆਫ ਐਲਕੋਹਲ ਐਂਡ ਫਿਨੋਲ. ਦੇਖੋ ਐਲਕੋਹਲ ਹੈ ਤੁਹਾਡਾ ROH ਔਰ ਫਿਨੋਲ ਕਿਆ ਹੋਏਗਾ? ਇੱਕ ਰਿੰਗ ਦੇ ਨਾਲ OH ਲੱਗਾ ਹੋਏਗਾ, ਉਹ ਫਿਨੋਲ ਹੋਏਗਾ. ਸੋ ਫਿਨੋਲ ਦੇ ਵਿੱਚ ਜਿਹੜਾ OH ਗਰੁੱਪ ਹੁੰਦਾ, ਇਟ ਇਜ਼ ਡਾਇਰੈਕਟਲੀ ਅਟੈਚਡ ਟੂ sp2 ਹਾਈਬ੍ਰਿਡਾਈਜ਼ਡ ਕਾਰਬਨ. ਦੇਖੋ ਇਹ ਜਿਹੜਾ ਕਾਰਬਨ ਹੈ, ਜਿੱਥੋਂ ਅਸੀਂ ਇਸ ਕਾਰਬਨ ਦੇ ਇੱਕ H ਨੂੰ ਨਿਕਾਲ ਕੇ OH ਲਗਾਇਆ, ਇਹ ਵਾਲਾ ਕਾਰਬਨ ਡਬਲੀ ਬੌਂਡਡ ਹੈ. ਸੋ ਇਟ ਇਜ਼ sp2 ਹਾਈਬ੍ਰਿਡਾਈਜ਼ਡ ਕਾਰਬਨ. ਇਸ ਕਾਰਬਨ ਦੀ ਹਾਈਬ੍ਰਿਡੇਸ਼ਨ ਕਿਆ ਹੋਏਗੀ? sp2. ਜਦਕਿ ਐਲਕੋਹਲ ਦੇ ਵਿੱਚ ਜੋ ਆਕਸੀਜਨ ਐਟਮ ਹੁੰਦਾ ਹੈ ਐਲਕੋਹਲ ਦਾ, that is sp3 hybridized and they have tetrahedral position of hybrid atomic orbital, ਔਰ ਉਹਦੀ tetrahedral position ਹੁੰਦੀ ਹੈ. ਸੋ ਇਹ ਤੁਸੀਂ ਡਿਫਰੈਂਸ ਯਾਦ ਰੱਖਣਾ ਹੈ. ਐਂਗਲ ਦੀ ਗੱਲ ਕਰ ਲਈਏ ਤੇ ਇਹ ਡਿਪੈਂਡ ਕਰਦਾ R ਗਰੁੱਪ ਤੇ ਕੀ ਐਂਗਲ ਹੋਏਗਾ. ਸੋ ਮਿਥਾਇਲ ਐਲਕੋਹਲ ਵਾਸਤੇ ਜੋ ਐਂਗਲ ਹੁੰਦਾ ਐਲਕੋਹਲ ਦਾ, that is 108.9 due to repulsion of lone pairs. So it depends upon R. Nomenclature ਦੀ ਗੱਲ ਕਰੀਏ, nomenclature of alcohol and phenol. In IUPAC system, alcohol or alkanols are named by replacing the last word. ਤੁਸੀਂ alkane ਦਾ last word ਨੂੰ replace ਕਰਨਾ ਹੈ.
ਉਹਦਾ ਈ ਵਰਡ ਕੱਟਣਾ ਹੈ ਤੇ ਉਹਦੀ ਨੇਮਿੰਗ ਕਰਨੀ ਹੈ। ਫੋਰ ਐਗਜ਼ਾਮਪਲ ਜਿੱਦਾਂ ਦੇਖੋ ਇਹ ਅਲਕੋਹਲ ਹੈ, ਜਦੋਂ ਅਸੀਂ ਇਹਦੀ ਨੇਮਿੰਗ ਕਰਾਂਗੇ 1 2 3 ਪ੍ਰੋਪੇਨ ਆਏਗਾ, ਬਟ ਅਸੀਂ ਪ੍ਰੋਪੇਨ ਨਹੀਂ ਲਿਖਾਂਗੇ, ਉਹਦਾ ਈ ਕੱਟ ਕੇ ਪ੍ਰੋਪਨ ਲਿਖਾਂਗੇ 1 2 3 ਟਰਾਈਓਲ। ਇਸੇ ਤਰ੍ਹਾਂ ਅਸੀਂ ਫੰਕਸ਼ਨਲ ਗਰੁੱਪ ਨੂੰ ਪ੍ਰਾਇੋਰਟੀ ਦੇਣੀ ਹੁੰਦੀ ਹੈ, ਸੋ 1 2 2 ਮਿਥਾਇਲ, ਮਿਥਾਇਲ ਦਾ ਈ ਕੱਟਤਾ ਇੱਥੋਂ 2 ਮਿਥਾਇਲ ਫਿਨੋਲ। ਸੋ ਇਸ ਤਰ੍ਹਾਂ ਅਸੀਂ ਇਹਨਾਂ ਦੀ ਨੇਮਿੰਗ ਕਰਨੀ ਹੈ ਅਕੋਰਡਿੰਗ ਟੂ IUPAC ਸਿਸਟਮ। ਨੈਕਸਟ ਵੈਰੀ ਇੰਪੋਰਟੈਂਟ ਪ੍ਰੈਪਰੇਸ਼ਨ ਆਫ ਐਲਕੋਹਲਸ, ਕਿ ਐਲਕੋਹਲਸ ਕਿਵੇਂ ਬਣਾ ਸਕਦੇ ਹਾਂ ਅਸੀਂ। ਸੋ ਫਰਸਟ ਮੈਥਡ ਆਫ ਪ੍ਰੈਪਰੇਸ਼ਨ ਆਫ ਐਲਕੋਹਲ ਇਜ਼ from alkenes। by acid catalyzed hydration in accordance with Markovnian rule। ਐਲਕੀਨ ਤੋਂ ਅਸੀਂ ਕਿਵੇਂ ਐਲਕੋਹਲ ਬਣਾਉਣੀ ਹੈ, ਐਲਕੀਨ ਦੀ ਅਸੀਂ ਹਾਈਡਰੇਸ਼ਨ ਕਰਨੀ ਹੈ, ਔਰ ਇਹ ਹਾਈਡਰੇਸ਼ਨ ਜਿਹੜੀ ਹੈ ਐਸਿਡ ਦੀ ਪ੍ਰੈਜ਼ੈਂਸ ਹੁੰਦੀ ਹੈ, ਦੈਟਸ ਵਾਈ ਇੱਥੇ H ਪੋਜ਼ਿਟਿਵ ਲਿਖਿਆ, ਔਰ ਇਹ ਹਾਈਡਰੇਸ਼ਨ ਇਨ ਅਕੋਰਡੈਂਸ ਵਿਦ ਮਾਰਕੋਵਨੀਅਨ ਰੂਲ, ਮਾਰਕੋਵਨੀਅਨ ਰੂਲ ਦੇ ਅਕੋਰਡਿੰਗ ਹੁੰਦੀ ਹੈ। ਮਾਰਕੋਵਨੀਅਨ ਰੂਲ ਨੇ ਕਿਹਾ ਸੀ ਕਿ ਨੈਗੇਟਿਵ ਪਾਰਟ ਅਸੀਂ ਅਟੈਕਿੰਗ ਰੀਜਨ ਦਾ ਨੈਗੇਟਿਵ ਪਾਰਟ ਉਹ ਵਾਲੀ ਕਾਰਬਨ ਦੇ ਨਾਲ ਜਾ ਕੇ ਅਟੈਚ ਕਰਨਾ ਜਿੱਥੇ ਕਾਰਬਨ ਦੇ ਕੋਲ ਘੱਟ ਨੰਬਰ ਆਫ ਹਾਈਡਰੋਜਨ ਐਟਮ ਹੈ। ਸੋ ਅਗਰ ਅਸੀਂ ਉਸੇ ਮੈਥਡ ਦੇ ਨਾਲ ਇਹਦੀ ਹਾਈਡਰੇਸ਼ਨ ਕਰਾਂਗੇ ਤਾਂ ਫਿਰ ਵਾਟਰ ਦੇ ਵਿੱਚੋਂ ਨੈਗੇਟਿਵ ਪਾਰਟ ਕਿਹੜਾ ਹੋਏਗਾ, ਪੋਜ਼ਿਟਿਵ ਪਾਰਟ ਕਿਹੜਾ ਹੋਏਗਾ, ਸਾਨੂੰ ਪਤਾ ਹੋਣਾ ਚਾਹੀਦਾ ਹੈ। ਵਾਟਰ ਕਿੱਦਾਂ ਸਪਲਿਟ ਹੁੰਦਾ ਹੈ, H ਪੋਜ਼ਿਟਿਵ ਔਰ OH ਨੈਗੇਟਿਵ। ਸੋ ਵਾਟਰ ਦਾ OH ਨੈਗੇਟਿਵ ਹੈ ਔਰ H ਜਿਹੜਾ ਹੈ ਪੋਜ਼ਿਟਿਵ ਵਾਲਾ ਪਾਰਟ ਹੈ। ਸੋ ਅਗਰ ਅਸੀਂ ਮਾਰਕੋਵਨੀਅਨ ਰੂਲ ਦੇ ਅਕੋਰਡਿੰਗ ਇਹਦੀ ਐਡੀਸ਼ਨ ਕਰਾਂਗੇ ਤੇ ਨੈਗੇਟਿਵ ਪਾਰਟ ਕਿੱਥੇ ਜਾਏਗਾ, ਇਹ ਵਾਲੀ ਕਾਰਬਨ ਦਾ ਜਿਹਦੇ ਵਿੱਚ ਘੱਟ ਨੰਬਰ ਆਫ ਹਾਈਡਰੋਜਨ ਐਟਮ ਹੈ। ਅਸੀਂ ਪਿਛਲੀ ਵੀਡੀਓ 'ਚ ਵੀ ਡਿਸਕਸ ਕੀਤਾ ਸੀ, ਅਸੀਂ ਡਬਲਯੂ ਬੌਂਡਡ ਕਾਰਬਨ ਨੂੰ ਹੀ ਦੇਖਣਾ ਹੈ, ਠੀਕ ਹੈ। ਸੋ ਜਦੋਂ ਅਸੀਂ ਮਾਰਕੋਵਨੀਅਨ ਰੂਲ ਦੇ ਅਕੋਰਡਿੰਗ ਇਹਦੀ ਐਡੀਸ਼ਨ ਕਰਾਂਗੇ ਤੇ ਨੈਗੇਟਿਵ ਪਾਰਟ, ਵਾਟਰ ਦਾ ਨੈਗੇਟਿਵ ਪਾਰਟ ਕਿਹਾ OH ਨੈਗੇਟਿਵ, ਕਿਹੜੀ ਕਾਰਬਨ ਨਾਲ ਜੁਆਇਨ ਹੋਏਗਾ, ਉਹ ਵਾਲੀ ਕਾਰਬਨ ਜਿੱਤੋਂ ਘੱਟ ਨੰਬਰ ਆਫ ਹਾਈਡਰੋਜਨ ਹੈ, ਔਰ ਪੋਜ਼ਿਟਿਵ ਪਾਰਟ ਉਹ ਵਾਲੀ ਕਾਰਬਨ ਜਿੱਤੋਂ ਜ਼ਿਆਦਾ ਨੰਬਰ ਆਫ ਹਾਈਡਰੋਜਨ ਹੈ। ਪੋਜ਼ਿਟਿਵ ਪਾਰਟ ਇੱਧਰ ਚਲਾ ਗਿਆ ਔਰ ਬਣ ਗਿਆ CH3, ਔਰ ਨੈਗੇਟਿਵ ਪਾਰਟ ਇੱਧਰ ਚਲਾ ਗਿਆ ਔਰ ਇਹ ਬਣ ਗਈ ਸਾਡੀ ਸੈਕੰਡਰੀ ਅਲਕੋਹਲ। ਕਿਵੇਂ ਪਤਾ ਚੱਲਿਆ ਸੈਕੰਡਰੀ ਅਲਕੋਹਲ ਹੈ, OH ਦੇ ਨਾਲ ਵਾਲੀ ਕਾਰਬਨ ਦੇ ਨਾਲ 2 R ਗਰੁੱਪ ਲੱਗੇ ਨੇ, ਦੈਟਸ ਵਾਈ ਇਟ ਇਜ਼ ਸੈਕੰਡਰੀ ਅਲਕੋਹਲ। ਇਹਦਾ ਮੈਕੈਨਿਜ਼ਮ ਵੀ ਬਹੁਤ ਇੰਪੋਰਟੈਂਟ ਹੈ, ਸਮ ਟਾਈਮ ਪੇਪਰ ਵਿੱਚ ਪੁੱਛ ਲਿਆ ਜਾਂਦਾ ਹੈ, ਸੋ ਇਹਨੂੰ ਡਿਸਕਸ ਕਰਨਾ ਜ਼ਰੂਰੀ ਹੈ। ਸੋ ਲੈਟਸ ਡਿਸਕਸ ਇਟ। ਮੈਕੈਨਿਜ਼ਮ, ਸੋ ਜਦੋਂ ਅਸੀਂ ਹਾਈਡਰੇਸ਼ਨ ਐਲਕੀਨ ਦੀ ਹਾਈਡਰੇਸ਼ਨ ਦਾ ਮੈਕੈਨਿਜ਼ਮ ਕਰਾਂਗੇ, ਸਭ ਤੋਂ ਫਸਟ ਸਟੈਪ ਹੈ ਪ੍ਰੋਟੋਨੇਸ਼ਨ ਆਫ ਐਲਕੀਨ ਬਾय ਅਟੈਕ ਆਫ ਹਾਈਡਰੋਨੀਅਮ ਆਇਨ। ਦੇਖੋ ਜਿੱਦਾਂ ਅਸੀਂ ਪਿੱਛੇ ਸਟੱਡੀ ਕੀਤਾ ਹੈ ਕਿ ਇਹ ਹਾਈਡਰੇਸ਼ਨ ਇਨ ਦਾ ਪ੍ਰੈਜ਼ੈਂਸ ਆਫ ਐਸਿਡ ਹੁੰਦੀ ਹੈ। ਸੋ ਵਾਟਰ ਹੈ, ਵਾਟਰ ਵਿੱਚ ਐਸਿਡ ਮਿਕਸ ਹੁੰਦਾ ਔਰ ਵਾਟਰ ਸਭ ਤੋਂ ਪਹਿਲਾਂ ਐਸਿਡ ਵਿੱਚੋਂ H ਪੋਜ਼ਿਟਿਵ ਲੈ ਕੇ, H ਪੋਜ਼ਿਟਿਵ ਕਿਆ ਹੈ, ਪ੍ਰੋਟੋਨ, ਉਹ ਕਿਆ ਬਣਾਉਂਦਾ ਹੈ ਹਾਈਡਰੋਨੀਅਮ ਆਇਨ H3O ਪੋਜ਼ਿਟਿਵ, ਇਹਨੂੰ ਅਸੀਂ ਬੋਲਦੇ ਹਾਂ ਹਾਈਡਰੋਨੀਅਮ ਆਇਨ। ਹੁਣ ਇਹ ਹਾਈਡਰੋਨੀਅਮ ਆਇਨ, ਅਗਰ ਤੁਸੀਂ ਹਾਈਡਰੋਨੀਅਮ ਆਇਨ ਨੂੰ ਖੋਲ ਕੇ ਲਿਖੋਗੇ ਨਾ, ਇਸ ਤਰ੍ਹਾਂ ਦਾ ਇਹਦੀ ਸਟਰਕਚਰ ਹੋਏਗੀ। ਸੋ ਐਲਕੀਨ ਹਾਈਡਰੋਨੀਅਮ ਆਇਨ ਰਿਐਕਟ ਕਰਦੀ ਹੈ, ਔਰ ਰਿਐਕਟ ਕਿਵੇਂ ਕਰੇਗੀ, ਦੇਖੋ ਹੁਣ ਇਹ ਕਾਰਬਨ ਹੈ, ਸਪੋਜ਼ ਕਰੋ ਕਿ ਇਹ ਵਾਲੀ ਕਾਰਬਨ ਜ਼ਿਆਦਾ ਇਲੈਕਟ੍ਰੋਨੈਗੇਟਿਵ ਹੈ, ਇਹਨੇ ਇਹ ਵਾਲੇ ਇਲੈਕਟ੍ਰੋਨ ਆਪਣੇ ਵੱਲ ਖਿੱਚ ਲਏ। ਅਗਰ ਇਹ ਜ਼ਿਆਦਾ ਇਲੈਕਟ੍ਰੋਨੈਗੇਟਿਵ ਹੈ ਤੇ ਇਹਦੇ ਨਾਲ ਪੋਜ਼ਿਟਿਵ ਪਾਰਟ ਆ ਕੇ ਜੁੜ ਜਾਏਗਾ, ਕਿਉਂਕਿ ਦੇਖੋ ਇਹ ਹਾਈਡਰੋਨੀਅਮ ਆਇਨ ਦੇ ਵਿੱਚ ਆਕਸੀਜਨ ਦੇ ਉੱਪਰ ਪੋਜ਼ਿਟਿਵ ਚਾਰਜ ਹੈ। ਹੁਣ ਇਹ ਆਕਸੀਜਨ ਜੋ ਕਿ ਮੰਨਿਆ ਜਾਂਦਾ ਹੈ ਕਿ ਇਲੈਕਟ੍ਰੋਨੈਗੇਟਿਵ ਹੁੰਦਾ, ਪੀਰੀਓਡਿਕ ਟੇਬਲ ਦੇ ਵਿੱਚ ਇਹਦੇ ਉੱਪਰ ਪੋਜ਼ਿਟਿਵ ਚਾਰਜ ਆ ਗਿਆ, ਇਹ ਬਰਦਾਸ਼ਤ ਨਹੀਂ ਕਰ ਸਕਦਾ, ਇਹ ਹਾਈਡਰੋਜਨ ਦੇ ਇਲੈਕਟ੍ਰੋਨ ਆਪਣੇ ਵੱਲ ਖਿੱਚ ਲੇਗਾ, ਠੀਕ, ਇਹਨੇ ਹਾਈਡਰੋਜਨ ਦੇ ਇਲੈਕਟ੍ਰੋਨ ਆਪਣੇ ਵੱਲ ਖਿੱਚ ਲਏ ਔਰ H ਕਿੱਦਾਂ ਨਿਕਲ ਗਿਆ ਐਜ਼ H ਪੋਜ਼ਿਟਿਵ, ਔਰ ਇਹ ਖੁਦ ਕਿੱਦਾਂ ਨਿਕਲ ਗਿਆ ਇਨ ਦੀ ਫਾਰਮ ਆਫ ਵਾਟਰ, ਉਹ H ਪੋਜ਼ਿਟਿਵ ਇੱਧਰ ਜਾ ਕੇ ਕਾਰਬਨ ਦੇ ਨਾਲ ਜਾ ਕੇ ਜੁੜ ਗਿਆ। ਸੋ ਇਹ ਕਿਆ ਹੋ ਗਿਆ, C ਦੇ ਨਾਲ 2H ਪਹਿਲਾਂ ਹੀ ਸੀ ਔਰ ਇਹ ਵਾਲਾ H ਇਹਦੇ ਨਾਲ ਜਾ ਕੇ ਜੁੜ ਗਿਆ, ਹੈ ਨਾ। ਹੁਣ ਕਿਆ ਹੋਇਆ ਇੱਥੇ, ਡਬਲ ਦਾ ਕਿਆ ਹੋ ਗਿਆ, ਸਿੰਗਲ, ਔਰ ਇਹ ਵਾਲੀ ਕਾਰਬਨ ਜੋ ਅਸੀਂ ਪਹਿਲੇ ਹੀ ਮੰਨਿਆ ਸੀ ਕਿ ਇਹਨਾਂ ਦੋਵਾਂ ਕਾਰਬਨ 'ਚ ਇਹ ਜ਼ਿਆਦਾ ਇਲੈਕਟ੍ਰੋਨੈਗੇਟਿਵ ਹੈ,
ਇਹ ਘੱਟ ਇਲੈਕਟ੍ਰੋਨੈਗੇਟਿਵ ਹੈ। ਇਹ ਕਾਰਬਨ ਤੇ ਕਿਆ ਆ ਗਿਆ ਪੋਜ਼ਿਟਿਵ ਚਾਰਜ, ਇਲੈਕਟ੍ਰੋਨ ਦੀ ਕਮੀ ਹੋ ਗਈ। ਸੋ ਇਹਨੂੰ ਅਸੀਂ ਬੋਲਾਂਗੇ ਕਾਰਬੋਕੇਟਾਇਨ। ਕਿਆ ਜਨਰੇਟ ਹੋ ਗਿਆ ਇੱਥੇ ਕਾਰਬੋਕੇਟਾਇਨ, ਇਥਾਈਲ ਕਾਰਬੋਕੇਟਾਇਨ। ਨੈਕਸਟ ਸਟੈਪ 'ਚ ਕਿਆ ਹੋਏਗਾ ਨਿਊਕਲੀਓਫਿਲਿਕ ਅਟੈਕ ਹੋਏਗਾ। ਹੁਣ ਇਸ ਕਾਰਬੋਕੇਟਾਇਨ ਤੇ ਵਾਟਰ ਜਿਹੜਾ ਹੈ ਇਹ ਅਟੈਕ ਕਰੇਗਾ ਐਜ਼ ਏ ਨਿਊਕਲੀਓਫਾਈਲ। ਹੁਣ ਦੇਖੋ ਇੱਕ ਕਾਰਬਨ ਦੇ ਉੱਪਰ ਪੋਜ਼ਿਟਿਵ ਚਾਰਜ ਆ ਗਿਆ। ਹੁਣ ਇਹ ਆਕਸੀਜਨ ਇੱਕ ਇਲੈਕਟ੍ਰੋਨ ਰਿਚ ਹੈ, ਇਹ ਕਿਆ ਕਰੇਗਾ ਆਪਣੇ ਇਲੈਕਟ੍ਰੋਨ ਦੇ ਕੇ ਨਾ ਬੌਂਡ ਬਣਾ ਲੇਗਾ। देखो ऑक्सीजन ने अपने इलेक्ट्रॉन देके इन्ना बॉन्ड बना ले और ऑक्सीजन के ऊपर क्या आ गया हुन पॉजिटिव चार्ज। हुन अगेन ऑक्सीजन के ऊपर पॉजिटिव चार्ज आ गया, ऑक्सीजन फिर ये बर्दाश्त नहीं कर सकता तो ऑक्सीजन क्या करेगा ऑक्सीजन के ऊपर पॉजिटिव चार्ज तो ये हाइड्रोजन क्या करेगा अगेन ऑक्सीजन इस हाइड्रोजन तो इलेक्ट्रॉन अपने बल खिंच लेगा और ये एज ए H पॉजिटिव, फिर वाटर इस H पॉजिटिव ना रिएक्शन करके हाइड्रोनियम आयन फॉर्म हो जाएगा और इधर क्या था फॉर्म हो जाएगा एल्कोहल। सो इस तरह एल्कीन्स जड़ियां हैं वाटर ना रिएक्शन करके एल्कोहल फॉर्म करती हैं। नेक्स्ट मेथड ऑफ प्रिपरेशन इज फ्रॉम हाइड्रोबोरेशन ऑक्सीडेशन। देखो एल्कीन्स रिएक्ट विद डाइबोरीन, डाइबोरीन का क्या फॉर्मूला होंदा है B2H6। ਜਦੋਂ एल्कीन्स डाइबोरीन ਨਾਲ रिएक्ट करदियां देखो ਇਹਨੂੰ थोड़ा खोल के लिखा होया है वैसे B अगर तुम ਇਹਨੂੰ देखोगे कंडेंस करके तो यही बनेगा B2H2 टाइम्स है बेटा H3 है ना H3 तो 3 2 ਦਾ 6 हो गए B2H6। ਇਹਨੂੰ खोल के ਅਸੀਂ ਇਸ ਤਰ੍ਹਾਂ ਲਿਖਿਆ क्योंकि ਇਹਦੀ जो एडिशन होनी है according to एंटी मार्कोवनियव रूल वो इस तरह होएगी। सो देखो एल्कीन्स की जो असी हाइड्रोबोरेशन करांगे तो B2H6 ਨੂੰ ਅਸੀਂ इस तरह खोल के लिखना है HBH2 और BH2 ਜਿਹੜਾ है नेगेटिव है और H क्या है पॉजिटिव। सो ਇੱਥੇ ਤੁਸੀਂ याद रखना है कि हाइड्रोबोरेशन ऑक्सीडेशन रिएक्शन ਦੇ ਵਿੱਚ एंटी मार्कोवनियव रूल ਦੇ अकॉर्डिंग एडिशन होनी है। सो नेगेटिव पार्ट केड़ा BH2, सो नेगेटिव पार्ट किधर जाएगा वो वाली कार्बन, ये वाली कार्बन ना जाके जुड़ेगा जितो ज्यादा नंबर ऑफ हाइड्रोजन एटम है। सो अगेन देखो CH3 CH इत्थे क्या हो गया था डबल दा सिंगल बॉन्ड और पॉजिटिव पार्ट नेगेटिव किथे जाके जुड़ना बेटा वो वाली कार्बन जिथे ज्यादा नंबर ऑफ हाइड्रोजन एटम है। सो नेगेटिव BH2 सी साडा इत्थे जुड़ गया और पॉजिटिव H पॉजिटिव भी इत्थे आके जुड़ गया। सो ये बन गया अगेन जिस तरह 2 टाइम्स है फिर तो असी प्रोपीन की रिएक्शन एक बार दोबारा करावांगे। सो ये चीज साडे तो डबल बार आ जाएगी है ना। सो ये साडा डाई एल्काइल बोरेन बन गया। अगेन थर्ड स्टेप असी उन्ना चेर रिएक्शन करवा सकते हैं जिन्ना चेर बोरेन के सारे हाइड्रोजन खत्म नहीं हो जाते। सो अगेन जो असी फिर प्रोपीन रिएक्शन करवावांगे तो साडा बन जाएगा ट्राई, देखो 3 टाइम हो गया ना ट्राई एल्काइल बोरेन। फिर असी क्या करांगे लास्ट स्टेप दे विच इहदी हाइड्रोलिसिस करांगे। जदों असी हाइड्रोलिसिस करांगे तो जिहड़ा ये साडा बोरीन सी ये अपना अपने हाइड्रोक्साइड दी फॉर्म च अगेन निकल जाएगा और पिछे साडा प्रोडक्ट क्या फॉर्म हो जाएगा एल्कोहल, क्योंकि असी बनाना की सी एल्कीन तो एल्कोहल ही बनानी सी। सो इस तरह असी हाइड्रोबोरेशन ऑक्सीडेशन रिएक्शन के जरिए एल्कीन तो एल्कोहल फॉर्म कर सकते हैं। नेक्स्ट रिएक्शन इज रिडक्शन ऑफ एल्डिहाइड एंड कीटोन। अगर असी एल्डिहाइड या कीटोन की रिडक्शन कर दिए तो भी साडा एल्कोहल फॉर्म हो जाता है। देखो ये एल्डिहाइड का फंक्शन ग्रुप है RCHO, यदि रिडक्शन करांगे रिडक्शन करने के काफ़ी मैथड होंगे हैं। तुसी हाइड्रोजन निकल पैलेडियम प्लैटिनम ਜਾਂ लिथियम एल्यूमीनियम हाइड्राइड सोडियम बोरोहाइड्राइड किसी की प्रेजेंस च रिडक्शन कर सकते हो। सो अगर असी एल्डिहाइड की रिडक्शन करांगे तो क्या फॉर्म हो जाएगा हाइड्रोजन ऐड हो जाएगा, एक हाइड्रोजन कार्बन ना एक हाइड्रोजन ऑक्सीजन ना तो क्या फॉर्म हो जाएगा RCH2OH एल्कोहल फॉर्म हो जाएगा। इसी तरह कीटोन इन तुसी खोल के लिख सकते हो RC डबल बॉन्ड OR है ना, कीटोन का फंक्शन ग्रुप है। अगर सोडियम बोरोहाइड्राइड ये साडा रिड्यूसिंग एजेंट है, यदि प्रेजेंस च अगर तुसी
रिडक्शन कराओगे तो सेकेंडरी एल्कोहल फॉर्म होएगा। ठीक है, याद रखना सेकेंडरी कीटोन ऑलवेज सेकेंडरी रिडक्शन करन ते सेकेंडरी एल्कोहल दिंदे आ। नेक्स्ट बाय रिडक्शन ऑफ कार्बोक्सिलिक एसिड एंड एस्टर, अगर असी कार्बोक्सिलिक एसिड दी रिडक्शन करांगे तो अगेन एल्कोहल फॉर्म हो जाएगा। और इसी तरह एस्टर, एस्टर का क्या फंक्शन ग्रुप होंदा है आर सी डबल बॉन्ड ओ ओ आर, ਇਹਦੀ रिडक्शन करांगे तो मिक्सचर ऑफ एल्कोहल फॉर्म होंदा है। सो ये तुसी याद रखना। नेक्स्ट इज वेरी इंपॉर्टेंट रिएक्शन विद ग्रिगनार्ड रीजेंट। सो देखो बेटा ग्रिगनार्ड रीजेंट का जनरल फॉर्मूला होंदा आर एम जी एक्स, आर एम जी एक्स अकॉर्डिंग टू अम्पलंग केमिस्ट्री आर ते नेगेटिव आर की है एल्काइल पार्ट, आर के उपर क्या चार्ज होंदा है नेगेटिव पार्शियल नेगेटिव, एम जी एक्स के उपर क्या चार्ज होंदा है पार्शियल पॉजिटिव। ठीक है, अगर सानू चार्ज नहीं पता होणगे तो असी मकैनिजम्स ईजली नहीं अंडरस्टैंड कर सकते, सानू पता नहीं चलेगा कि बेसिकली रिएक्शन किवें हो रहा। सो कोई भी कंपाउंड है उस की चार्ज है सानू पता होना चाहिए। सो देखो असी ग्रिगनार्ड रीजेंट तो एल्कोहल किवें बनाना है, ਉਹਦੇ ਲਈ क्या करना असी एल्डिहाइड और कीटोन्स ਜਿਹੜੇ है ये एल्कोहल फॉर्म करते हैं। काफ़ी इंपॉर्टेंट क्वेश्चन है, इत्थे एक इंपॉर्टेंट क्वेश्चन आता है कि ਜਿਹੜੇ फॉर्मैलिडिहाइड होंगे वो क्या देंगे प्राइमरी एल्कोहल, और अदर दैन फॉर्मैलिडिहाइड ਤੁਹਾਡਾ कुछ भी होएगा तो वो वाला एल्डिहाइड सानू किहड़ा एल्कोहल देगा सेकेंडरी एल्कोहल। और ਜਿਹੜੇ कीटोन्स होणगे जो ग्रिगनार्ड रीजेंट नाल रिएक्शन करनगे तो टर्शरी एल्कोहल फॉर्म करनगे। सो इस तरह एग्जाम च क्वेश्चन आ जाता है कि हाउ एल्डिहाइड फॉर्म प्राइमरी एल्कोहल सेकेंडरी एल्कोहल टर्शरी एल्कोहल, या कन्वर्ट करो। ठीक है, कन्वर्जन की फॉर्म च भी क्वेश्चन आ सकता है। सो असी समझना किवें इनू आओ देखिए। देखो एल्डिहाइड और कीटोन दे विच बेसिक फंक्शन ग्रुप होंदा है कीटो ग्रुप दैट इज सी डबल बॉन्ड ओ, और आर एम जी एक्स साडा ग्रिगनार्ड रीजेंट है। एज वी नो कि आर दे उपर नेगेटिव चार्ज और एम जी एक्स उपर पॉजिटिव चार्ज है। अगेन कार्बन और ऑक्सीजन दे विचों ज़्यादा इलेक्ट्रोनेगेटिव कौन है ऑक्सीजन, ऑक्सीजन के उपर पार्शियल नेगेटिव और कार्बन के उपर क्या आ गया पार्शियल पॉजिटिव। सो नेगेटिव नू पॉजिटिव ना जोड़ दो पॉजिटिव नू नेगेटिव ना, वेरी सिंपल। सो कार्बन के उपर पॉजिटिव चार्ज है तो इहदे नाल किहड़ी चीज़ आके जुड़ेगी जिहदे उपर नेगेटिव चार्ज है आर, आर आके अटैच हो गया और ओ दे उपर क्या चार्ज है नेगेटिव। सो इहदे नाल पॉजिटिव वाला पार्ट एम जी एक्स आके जुड़ेगा और ये फॉर्म हो जाएगा अडक्ट। फिर तो यदि हाइड्रोलिसिस होएगी तो जो साडा एम जी एक्स है ये निकल जाएगा इन द फॉर्म ऑफ हाइड्रोक्सी ग्रुप एम जी ओ एच एक्स, और ओ दे नाल आके एच जुड़ जाएगा और साडा क्या बन जाएगा एल्कोहल। इसे तरह ये नीचे वाली रिएक्शंस होणगियां जो तुसीं इन्हां नूं कॉपी ते खोल के लिखोगे सो देन यू विल ईजली अंडरस्टैंड। अगेन फॉर्मैलिडिहाइड इन्हूं खोल के लिखना बेटा, बुक ते तुहाडीआं रिएक्शंस खोल के कीतियां होईआं। एच सिमिलरली इन्हूं खोल के लिखो इदां एच कार्बन दे नाल सी एच और ऑक्सीजन किदां होएगा डबली बॉन्डेड। ठीक है, इहदी आर एम जी एक्स नाल रिएक्शन करवावांगे सिमिलरली इसे तरह रिएक्शन होएगा। इन्हां नूं तुसीं अपने आप ट्राई करो, वेरी सिंपल रिएक्शंस। सो इत्थे क्वेश्चन किवें आएगा कि फॉर्मैलिडिहाइड प्राइमरी अल्कोहल फॉर्म करदे ने, किवें पता लगे प्राइमरी अल्कोहल है क्योंकि ओ एच दे नाल वाली कार्बन दे नाल 2H लगे है, ये प्राइमरी अल्कोहल फॉर्म होया। अगर तुहाडा फॉर्मैलिडिहाइड नहीं है कोई अदर एल्डिहाइड है तो किहड़ा अल्कोहल फॉर्म करेगा सेकेंडरी। देखो OH दे नाल वाली कार्बन दे नाल एक H ते 2 R ने, किहड़ा अल्कोहल है सेकेंडरी। और कीटोन किवें पता चले कीटोन है आर सी डबल बॉन्ड ओ आर है ना। कीटोन ਜਿਹੜੇ टर्शरी अल्कोहल फॉर्म करनगे OH ਦੇ ਨਾਲ वाली कार्बन ਦੇ ਨਾਲ 3 R ਲੱਗੇ ਨੇ, कोई भी H नहीं है, ये टर्शरी अल्कोहल है। ਤੁਸੀਂ ਇਹਨਾਂ ਸਾਰੀਆਂ ਰਿਐਕਸ਼ਨਸ ਨੂੰ ਐਵੇਂ ਹੀ ਖੋਲ ਕੇ ਲਿਖਣਾ ਹੈ, ਪੋਜ਼ਿਟਿਵ ਨਾਲ ਨੈਗੇਟਿਵ ਤੇ ਨੈਗੇਟਿਵ ਨਾਲ ਪੋਜ਼ਿਟਿਵ ਜੋੜਨਾ ਹੈ, ਵੈਰੀ ਸਿੰਪਲ ਰਿਐਕਸ਼ਨਸ। नेक्स्ट मैथड ऑफ प्रिपरेशन इज हाइड्रोलिसिस ऑफ एल्काइल हैलाइड। एल्काइल हैलाइड का क्या फंक्शन ग्रुप है RX। ਇਹਦੀ ਜਦੋਂ ਅਸੀਂ ਹਾਈਡਰੋਲਿਸਿਸ ਕਰਾਂਗੇ
in the presence of base KOH aqueous base, then alcohol form हो जाएगा, X substituted हो जाएगा, X की जगह OH आ जाएगा और X जेड़ा है K नाल रिएक्ट करके KX फॉर्म कर लेगा, सो एल्कोहल फॉर्म हो जाएगा। ਨੈਕਸਟ ਰਿਐਕਸ਼ਨ ਇਜ਼ ਹਾਈਡਰੋਲਿਸਿਸ ਆਫ ਈਥਰ ਦਾ ਕਿਆ ਫੰਕਸ਼ਨ ਗਰੁੱਪ ਹੁੰਦਾ ROR। ਜਦੋਂ ਅਸੀਂ ਹਾਈਡਰੋਲਿਸਿਸ ਕਰਾਂਗੇ ਦੈਨ ਐਲਕੋਹਲ ਫਾਰਮ ਹੋ ਜਾਏਗਾ ਇਨ ਦਾ ਪ੍ਰੈਜ਼ੈਂਸ ਆਫ ਐਸਿਡ। ਇਹ ਰਿਐਕਸ਼ਨ ਰਿਪੀਟ ਹੋਏਗਾ ਈਥਰ 'ਚ ਜਾ ਕੇ ਫਰੋਮ ਪ੍ਰਾਇਮਰੀ ਅਮੀਨਸ ਬਾਈ ਟ੍ਰੀਟਮੈਂਟ ਵਿਦ ਨਾਈਟਰਸ ਐਸਿਡ। ਜਦੋਂ ਅਸੀਂ ਪ੍ਰਾਇਮਰੀ ਅਮੀਨ ਦੀ ਰਿਐਕਸ਼ਨ ਕਰਾਂਗੇ ਨਾਈਟਰਸ ਐਸਿਡ ਦੀ ਪ੍ਰੈਜ਼ੈਂਸ 'ਚ then क्या हो जाएगा OH और नाइट्रोजन गैस बाहर निकलेगा, नाइट्रोजन गैस इवॉल्व होएगी, वाटर बाहर निकलेगा और क्या फॉर्म हो जाएगा एल्कोहल। इथे एक नोट है मिथाइल अमीन डज नॉट गिव मिथाइल अल्कोहल कि मिथाइल अमीन अगर ਅਸੀਂ ਇੱਕ ਕਾਰਬਨ ਵਾਲੀ ਅਮੀਨ ਦੇ ਨਾਲ ਰਿਐਕਸ਼ਨ ਕਰਵਾਵਾਂਗੇ ਤੇ ਮਿਥਾइल ਅਲਕੋਹਲ ਨਹੀਂ ਦੇਗੀ, ਸੋ ਉਹ ਮਿਕਸਚਰ ਦੇਗੀ ਈਥਰ ਐਂਡ ਨਾਈਟ੍ਰੋਮੀਥੇਨ ਦਾ। ਸੋ ਇੱਕ ਨੋਟ ਹੈਗਾ, ਜਸਟ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਰਿਐਕਟੈਂਟਸ ਕੀ ਨੇ ਔਰ ਪ੍ਰੋਡਕਟ ਕਿਆ ਫਾਰਮ ਹੋਏਗਾ, ਸੋ ਇਹਨਾਂ ਦੀ ਤੁਹਾਨੂੰ ਪ੍ਰੈਕਟਿਸ ਕਰਨੀ ਪਏਗੀ। ਬਾय ਐਲਕੋਹਲ ਫਰਮੈਂਟੇਸ਼ਨ, ਅਗਰ ਅਸੀਂ ਐਲਕੋਹਲਿਕ ਫਰਮੈਂਟੇਸ਼ਨ ਕਰੀਏ ਸੁਕਰੋਜ਼ ਜਾਂ ਗਲੂਕੋਜ਼ ਦੀ ਤਦ ਵੀ ਐਲਕੋਹਲ ਫਾਰਮ ਹੁੰਦੀ ਹੈ। ਜਿੱਦਾਂ ਦੇਖੋ ਗਲੂਕੋਜ਼ ਹੈ, ਅਗਰ ਇਨ ਦਾ ਪ੍ਰੈਜ਼ੈਂਸ ਆਫ ਐਂਜ਼ਾਈਮ ਜ਼ਾਇਮੀਜ਼ ਇਹਦੀ ਫਰਮੈਂਟੇਸ਼ਨ ਕਰੀਏ, ਫਰਮੈਂਟੇਸ਼ਨ ਮਤਲਬ ਕਿ ਮਤਲਬ ਇਹਨਾਂ ਨੂੰ ਆਕਸੀਜਨ ਦੀ ਐਬਸੈਂਸ 'ਚ ਰੱਖਣਾ ਹੈ। ਜਦੋਂ ਇਹਦੀ ਫਰਮੈਂਟੇਸ਼ਨ ਸਟਾਰਟ ਹੋ ਜੇ ਤੇ ਗਲੂਕੋਜ਼ ਜਾਂ ਫਰਕਟੋਜ਼ ਆਪਣੇ ਆਪ ਐਲਕੋਹਲ 'ਚ ਫਾਰਮ ਹੋਣ ਲੱਗ ਜਾਏਗਾ। ਇਸੇ ਮੈਥਡ ਦੇ ਨਾਲ ਇੰਡਸਟਰੀ ਦੇ ਵਿੱਚ ਐਲਕੋਹਲ ਫਾਰਮ ਹੁੰਦਾ ਹੈ ਔਰ ਕਾਰਬਨ ਡਾਈਆਕਸਾਈਡ ਗੈਸ ਇਵੋਲਵ ਹੋਏਗੀ। So this is all about method of preparation of alcohol. Thank you for watching this video. Please don't forget to like and subscribe my channel. Thank you.